ਤੁਸੀਂ ਦੇਖਿਆ ਹੋਣਾ ਹੈ, ਸਬਕ ਦੇ ਸਿਰਲੇਖ ਵਿੱਚ ਲਿਖਿਆ ਹੁੰਦਾ ਹੈ ਘਰ ਛੇਵਾਂ। ਇਸ ਘਰ ਛੇਵੇਂ ਦਾ ਗੁਰਬਾਣੀ ਨਾਲ ਕੀ ਸੰਬੰਧ ਹੈ? ਇਸ ਵੀਡੀਓ ਵਿੱਚ ਅਸੀਂ ਇਸ ਬਾਰੇ ਵਿਚਾਰ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਤੁਸੀਂ ਗੁਰਬਾਣੀ ਦਾ ਪਾਠ ਕਰਦੇ ਹੋ, ਕੀਰਤਨ ਕਰਦੇ ਹੋ, ਵਿਆਖਿਆ ਕਰਦੇ ਹੋ, ਕੀ ਤੁਹਾਨੂੰ ਪੂਰਾ ਯਕੀਨ ਹੈ ਕਿ ਜੋ ਸ਼ਬਦਾਂ ਦੇ ਉੱਪਰ ਘਰ ਛੇਵਾਂ ਲਿਖਿਆ ਹੈ, ਇਸ ਦਾ ਮਤਲਬ ਤੁਹਾਨੂੰ ਪਤਾ ਹੈ? ਇਹ ਘਰ ਛੇਵਾਂ ਗੁਰੂ ਸਾਹਿਬ ਨੇ ਲਿਖਿਆ ਹੈ ਤੇ ਸਾਡੇ ਲਈ ਇਹ ਜਾਣਨਾ ਅਤੀ ਮਹੱਤਵਪੂਰਨ ਹੈ ਕਿ ਗੁਰੂ ਸਾਹਿਬ ਦਾ ਇਸ ਸਿਰਲੇਖ ਰਾਹੀਂ ਸਾਨੂੰ ਕੀ ਨਿਰਦੇਸ਼ ਹੈ। ਘਰ ਛੇਵੇਂ ਰਾਹੀਂ ਗੁਰੂ ਸਾਹਿਬ ਸਾਨੂੰ ਇਸ ਸ਼ਬਦ ਨੂੰ ਵਿਸ਼ੇਸ਼ ਢੰਗ ਨਾਲ ਸਮਝਣ ਦਾ ਨਿਰਦੇਸ਼ ਕਰ ਰਹੇ ਹਨ। ਇਹ ਘਰ ਛੇਵੇਂ ਦਾ ਨਿਰਦੇਸ਼ ਉਸੇ ਤਰ੍ਹਾਂ ਗੁਰਬਾਣੀ ਨੂੰ ਸਮਝਣ ਨਾਲ ਸੰਬੰਧਿਤ ਹੈ ਜਿਵੇਂ ਘਰ ਪਹਿਲੇ ਦਾ, ਦੂਜੇ ਦਾ, ਤੀਜੇ ਦਾ, ਚੌਥੇ ਦਾ ਅਤੇ ਪੰਜਵੇਂ ਦਾ ਨਿਰਦੇਸ਼, ਜਿਸ ਦੀ ਵਿਚਾਰ ਅਸੀਂ ਵੱਖ-ਵੱਖ ਵੀਡੀਓ ਰਾਹੀਂ ਕਰ ਚੁੱਕੇ ਹਾਂ। ਤੇ ਜੇ ਤੁਸੀਂ ਉਹ ਵੀਡੀਓ ਨਹੀਂ ਦੇਖੀਆਂ ਤਾਂ ਉਹ ਵੀਡੀਓ ਦੇ ਲਿੰਕ ਮੈਂ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਵਿੱਚ ਦਰਜ ਕਰ ਦਿੱਤੀਆਂ ਹਨ। ਘਰ ਛੇਵਾਂ ਇੱਕ ਸ਼ਬਦ ਦਾ ਸਿਰਲੇਖ ਹੈ। ਗੁਰਬਾਣੀ ਦੀ ਭਾਸ਼ਾ ਵਿੱਚ ਸ਼ਬਦ ਪਦਾਂ ਦੇ ਸਮੂਹ ਨੂੰ ਕਹਿੰਦੇ ਨੇ। ਜਿਵੇਂ ਅਸੀਂ ਸ਼ਬਦ 999 ਅੰਕ ਤੇ ਦੇਖ ਰਹੇ ਹਾਂ, ਇਸ ਦਾ ਸਿਰਲੇਖ ਹੈ ਸ਼ਬਦ। ਜਦੋਂ ਸ਼ਬਦ ਦੇ ਸਿਰਲੇਖ ਵਿੱਚ ਘਰ ਛੇਵਾਂ ਦਰਜ ਹੋ ਜਾਏ ਤਾਂ ਇਸ ਘਰ ਛੇਵੇਂ ਦਾ ਇਸ ਸ਼ਬਦ ਦੇ ਨਾਲ ਕੀ ਸੰਬੰਧ ਹੈ, ਅਸੀਂ ਅੱਜ ਇਹ ਵਿਚਾਰਨਾ ਹੈ। ਆਓ ਫਿਰ ਸ਼ੁਰੂ ਕਰੀਏ ਕਿ ਘਰ ਛੇਵਾਂ ਜਦੋਂ ਲਿਖਿਆ ਹੁੰਦਾ ਸ਼ਬਦ ਵਿੱਚ ਤਾਂ ਗੁਰੂ ਸਾਹਿਬ ਦਾ ਇਸ ਵਿੱਚ ਕੀ ਨਿਰਦੇਸ਼ ਹੈ। ਸ਼ਬਦਾਂ ਦੇ ਸਿਰਲੇਖਾਂ ਵਿੱਚ ਗੁਰੂ ਸਾਹਿਬ ਨੇ ਜਿਹੜਾ ਘਰ ਦਾ ਨਿਰਦੇਸ਼ ਸਾਨੂੰ ਦਿੱਤਾ ਹੈ, ਇਹਦਾ ਗੁਰਬਾਣੀ ਨਾਲ ਕੀ ਸੰਬੰਧ ਹੈ, ਇਸ ਦੀ ਸਮੁੱਚੀ ਜਾਣਕਾਰੀ ਇਹ ਜੋ ਕਿਤਾਬ ਹੈ ਗੁਰਬਾਣੀ ਦੀ ਵਿਲੱਖਣਤਾ, ਇਹਦੇ ਵਿੱਚ ਦਰਜ ਹੈ। ਪਰ ਇਹ ਕਿਤਾਬ ਕਿਵੇਂ ਮਿਲੇਗੀ? ਇਹ ਕਿਤਾਬ ਐਮਾਜ਼ੋਨ ਦੇ ਰਾਹੀਂ ਤੁਸੀਂ ਕਿਸੇ ਵੀ ਮੁਲਕ ਵਿੱਚ ਪ੍ਰਾਪਤ ਕਰ ਸਕਦੇ ਹੋ। ਆਓ ਹੁਣ ਦੇਖਦੇ ਹਾਂ ਕਿ ਘਰ ਛੇਵੇਂ ਦੇ ਉਪਦੇਸ਼ ਵਿੱਚ ਪਹਿਲਾ ਨਿਰਦੇਸ਼ ਗੁਰੂ ਸਾਹਿਬ ਸਾਨੂੰ ਕੀ ਕਰ ਰਹੇ ਹਨ। ਘਰ ਛੇਵੇਂ ਦਾ ਸਿਰਲੇਖ ਸਾਨੂੰ ਪਹਿਲਾ ਨਿਰਦੇਸ਼ ਇਹ ਕਰ ਰਿਹਾ ਹੈ ਕਿ ਇਸ ਸ਼ਬਦ ਵਿੱਚ ਗੁਰਬਾਣੀ ਦੇ ਵਿਸ਼ੇਸ਼ ਉਪਦੇਸ਼ ਹਨ। ਉਹਨਾਂ ਉਪਦੇਸ਼ਾਂ ਨੂੰ ਵਿਸ਼ੇਸ਼ ਢੰਗ ਨਾਲ ਸਮਝਣਾ ਹੈ। ਘਰ ਛੇਵੇਂ ਦੇ ਸ਼ਬਦ ਵਿੱਚ ਗੁਰਬਾਣੀ ਦੇ ਉਪਦੇਸ਼ਾਂ ਨੂੰ ਸਮਝਣ ਦਾ ਕੀ ਵਿਸ਼ੇਸ਼ ਢੰਗ ਹੈ। ਘਰ ਛੇਵੇਂ ਦੇ ਸ਼ਬਦਾਂ ਵਿੱਚ ਗੁਰਬਾਣੀ ਦਾ ਹਰ ਉਪਦੇਸ਼ 6 ਘਰਾਂ ਦਾ ਹੁੰਦਾ ਹੈ। ਸਾਡੇ ਸਾਹਮਣੇ ਇੱਕ ਸ਼ਬਦ ਆ ਗਿਆ ਘਰ। ਇਹ ਹੁਣ ਘਰ ਕੀ ਹੁੰਦਾ ਹੈ? ਗੁਰਬਾਣੀ ਦਾ ਇੱਕ ਘਰ ਗੁਰਬਾਣੀ ਦਾ ਇੱਕ ਅਧਿਆਤਮਕ ਵਿਸ਼ਾ ਹੈ। ਇਸ ਦਾ ਮਤਲਬ 6 ਵਿਸ਼ੇ, ਕੋਈ 6 ਬਾਤਾਂ ਜੁੜਨਗੀਆਂ ਤੇ ਇੱਕ ਉਪਦੇਸ਼ ਪੂਰਾ ਹੋਏਗਾ। ਇਹ ਵਿਧਾਨ, ਇਹ ਚੱਲਣ ਘਰ ਛੇਵੇਂ ਦੇ ਉਪਦੇਸ਼ ਦਾ ਹੁੰਦਾ ਹੈ। ਘਰ ਛੇਵੇਂ ਦਾ ਇੱਕ ਉਪਦੇਸ਼ ਸਾਨੂੰ ਸ਼ਬਦ ਦੇ ਇੱਕ ਪਦੇ ਵਿੱਚੋਂ ਮਿਲਦਾ ਹੈ। ਤਾਂ ਹੁਣ ਪਦੇ ਵਿੱਚ ਤੁਕਾਂ ਕਿੰਨੀਆਂ ਹੋਣਗੀਆਂ? ਘਰ ਛੇਵੇਂ ਦੇ ਸ਼ਬਦਾਂ ਦੇ ਪਦਾਂ ਵਿੱਚ 2 ਤੁਕਾਂ, 3 ਤੁਕਾਂ, 4 ਤੁਕਾਂ ਜਾਂ 6 ਤੁਕਾਂ ਹੁੰਦੀਆਂ ਹਨ। ਕਿਸੇ ਵੀ ਘਰ ਛੇਵੇਂ ਦੇ ਸ਼ਬਦ ਵਿੱਚ 6 ਤੋਂ ਵੱਧ ਤੁਕਾਂ ਨਹੀਂ ਹੋ ਸਕਦੀਆਂ ਹਨ ਤੇ ਨਹੀਂ ਹੁੰਦੀਆਂ ਹਨ। ਜਦੋਂ ਪਦੇ ਵਿੱਚ 2 ਤੁਕਾਂ ਹੋਣ ਤਾਂ ਇਹਨਾਂ 2 ਤੁਕਾਂ ਵਿੱਚ ਘਰ ਛੇਵੇਂ ਦਾ ਉਪਦੇਸ਼ ਕਿਵੇਂ ਸੰਪੂਰਨ ਹੁੰਦਾ ਹੈ, ਆਓ ਦੇਖਦੇ ਹਾਂ। ਇਹ 1230 ਅੰਕ ਤੇ ਸ਼ਬਦ ਦਾ ਇੱਕ ਪਦਾ ਹੈ। ਸ਼ਰਵਨ ਸੁਣਨ ਕਿ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ। ਇਹ ਇਸ ਤਰ੍ਹਾਂ, ਇਹ ਇੱਕ ਤਰੀਕਾ ਹੈ। ਦੂਸਰੀ ਬਾਤ, ਦੂਸਰਾ ਘਰ ਭਗਤ ਕਰਨ, ਵੱਖ-ਵੱਖ ਢੰਗ ਦੇ ਨਾਲ ਭਗਤੀ ਕੀਤੀ ਜਾਂਦੀ ਹੈ। ਤੀਸਰੀ ਬਾਤ, ਆਪਣੇ ਪਾਪਾਂ ਦਾ ਹਿਸਾਬ ਲਾਇਆ ਜਾਂਦਾ ਹੈ, ਅਨੇਕ ਪਾਤਕ। ਚੌਥੀ ਬਾਤ, ਇਹਨਾਂ ਪਾਪਾਂ ਨੂੰ ਕੱਟਣ ਦੇ ਵੱਖ-ਵੱਖ ਢੰਗ ਤਰੀਕੇ ਵਰਤੇ ਜਾਂਦੇ ਹਨ। ਇਹ 4 ਘਰ ਪਹਿਲੀ ਤੁਕ ਵਿੱਚ ਹਨ। ਪੰਜਵਾਂ ਘਰ ਦੂਜੀ ਤੁਕ ਵਿੱਚ ਹੈ। ਸਰਨ ਪਰਨ ਸਾਧੂ। ਸਾਧੂ ਭਾਵ ਗੁਰੂ, ਭਾਵ ਗਿਆਨ। ਆਪਣੀ ਸੁਰਤ ਨੂੰ ਗਿਆਨ ਦੀ ਸਰਨ ਵਿੱਚ ਲੈ ਕੇ ਜਾਣਾ, ਸਰਨ ਪਰਨ ਸਾਧੂ। ਇਹ ਪੰਜਵਾਂ ਘਰ ਹੈ।
ਪਰ ਛੇਵਾਂ ਘਰ ਸਾਰੇ ਉਪਦੇਸ਼ ਨੂੰ ਸਮੇਟਦਾ ਹੈ। ਆਨ ਬਾਨ ਵਿਸਾਰੇ, ਬਾਕੀ ਸਾਰੇ ਢੰਗ ਤਰੀਕੇ ਕੰਮ ਨਹੀਂ ਆਉਣੇ ਹਨ। ਆਪਣੀ ਸੁਰਤ ਨੂੰ ਗਿਆਨ ਦੇ ਵਿੱਚ ਲੀਨ ਕਰਨਾ ਹੈ। ਤਾਂ ਇਉਂ 6 ਘਰਾਂ ਦੇ ਮੇਲ ਦੇ ਨਾਲ ਇਹ ਘਰ 6ਵੇਂ ਦਾ ਉਪਦੇਸ਼ 2 ਤੁਕਾਂ ਵਿੱਚ ਸੰਪੂਰਨ ਹੋ ਜਾਂਦਾ ਹੈ। ਪਦੇ ਵਿੱਚ ਵੱਧ ਤੋਂ ਵੱਧ ਤੁਕਾਂ 6 ਹੋ ਸਕਦੀਆਂ ਹਨ। ਤਾਂ 6 ਤੁਕਾਂ ਵਿੱਚ ਕਿਸ ਤਰ੍ਹਾਂ ਦਾ ਉਪਦੇਸ਼ ਹੁੰਦਾ ਹੈ? ਤੋ ਇਹ 1304 ਅੰਗ ਤੇ ਇਹ ਘਰ 6ਵੇਂ ਦਾ ਇੱਕ ਪਦਾ ਹੈ, ਸੇਵੋ ਸਾਧ ਸੰਤ ਚਰਨੇ ਰਹਿ। ਤੋ ਸਾਧ ਫਿਰ ਉਹ ਗੁਰੂ ਹੈ, ਗਿਆਨ ਹੈ। ਗਿਆਨ ਦੀ ਸੇਵਾ ਭਾਵ ਗਿਆਨ ਨੂੰ ਜਾਣਨਾ, ਗਿਆਨ ਨੂੰ ਬੁੱਝਣਾ। ਸੇਵੋ ਸਾਧ ਸੰਤ ਚਰਨੇ ਰਹਿ, ਸੰਤ ਉਹ ਜਿਸ ਨੇ ਉਸ ਗਿਆਨ ਦੀ ਪ੍ਰਾਪਤੀ ਕੀਤੀ ਹੈ। ਗਿਆਨ ਦੀ ਸੋਝੀ ਵਾਲਾ ਸੰਤ, ਉਹ ਵਾਲਾ ਗਿਆਨ, ਉਸ ਨੂੰ ਸੇਵੋ, ਉਸ ਨੂੰ ਸਮਝੋ। ਇਹ ਉਸਦੇ ਸੰਤ ਦੇ ਚਰਨ ਉਹ ਨੇ ਜੋ ਗਿਆਨ ਦੀਆਂ ਬਾਤਾਂ ਨੇ। ਤੋ ਗਿਆਨ ਦੀ ਪ੍ਰਾਪਤੀ ਸੇਵੋ ਸਾਧ ਸੰਤ ਚਰਨੇ ਰਹਿ। ਤੋ ਇਹ ਪਹਿਲਾ ਘਰ ਇੱਕ ਤੁਕ ਦੀ ਸਮਾਪਤੀ। ਦੂਜੀ ਤੁਕ ਵਿੱਚ ਬਾਛੋ ਧੂਰ, ਚਰਨ ਦੀ ਧੂਰ ਦਾ ਭਾਵ ਹੈ ਕਿ ਉਹ ਗਿਆਨ ਦੀਆਂ ਬਾਤਾਂ ਵਿੱਚ ਜੋ ਅਸੀਂ ਬੁੱਝਦੇ ਹਾਂ, ਮੈਨੂੰ ਅੱਜ ਇਹ ਸੋਝੀ ਮਿਲੀ ਹੈ, ਤੋ ਇਹ ਮੈਨੂੰ ਚਰਨ ਧੂੜ ਹੈ। ਤੋ ਉਸ ਚਰਨ ਦੀ ਧੂਰ ਉਹ ਮੈਂ ਬਾਛਦਾ ਹਾਂ, ਮੈਂ ਪ੍ਰਾਪਤ ਕਰਦਾ ਹਾਂ। ਬਾਛੋ ਧੂਰ ਪਵਿੱਤਰ ਕਰੇ ਰਹਿ, ਇਹ ਮੈਨੂੰ ਪਵਿੱਤਰ ਕਰਨ ਵਾਲਾ ਵਿਧਾਨ ਹੈ, ਇਹ ਮੈਨੂੰ ਪਵਿੱਤਰ ਕਰਨ ਵਾਲਾ ਚਲਨ ਹੈ। 68 ਮਜਨ ਮੈਲ ਕਟੇ ਰਹਿ, 68 ਤੀਰਥਾਂ ਤੇ ਜਾਣ ਨਾਲੋਂ ਗਿਆਨ ਰੂਪੀ ਗੁਰੂ ਦੇ ਵਿੱਚ ਆਪਣੇ ਮਨ ਦੀ ਲੀਨਤਾ, ਇਹ ਅਸਲ ਮੈਲ ਕੱਟਣ ਵਾਲੀ ਤੌਰ ਹੈ। ਇਹ 6 ਤੁਕਾਂ ਵਾਲਾ ਇਹ ਉਪਦੇਸ਼ ਹੈ। ਸੇਵੋ ਸਾਧ ਸੰਤ ਚਰਨੇ ਰਹਿ, ਪਹਿਲਾ ਕਰ। ਬਾਛੋ ਧੂਰ ਪਵਿੱਤਰ ਕਰੇ ਰਹਿ, ਦੂਜਾ ਕਰ। 68 ਮਜਨ ਮੈਲ ਕਟੇ ਰਹਿ, ਤੀਜਾ ਕਰ। ਸਾਸ ਸਾਸ ਧਿਆਵ ਹੋ ਮੁਖ ਨਹੀਂ ਮੋਰੈ, ਚੌਥਾ ਕਰ। ਕਿਛ ਸੰਗ ਨਾ ਚਾਲੈ ਲਾਖ ਕਰੋ ਰਹਿ, ਪੰਜਵਾਂ ਕਰ। ਪ੍ਰਭ ਜੀ ਕੋ ਨਾਮ ਅੰਤ ਪੁਕਰੋ ਰਹਿ, ਇਹ 6ਵਾਂ ਕਰ। 6 ਤੁਕਾਂ ਵਿੱਚ 6 ਕਰ। ਇਹ ਸਮੁੱਚਾ ਉਪਦੇਸ਼ 6 ਤੁਕਾਂ ਦੇ 6 ਘਰਾਂ ਦੇ ਮੇਲ ਦੇ ਨਾਲ ਸੰਪੂਰਨ ਹੁੰਦਾ ਹੈ। ਜਦੋਂ ਸ਼ਬਦ ਵਿੱਚ ਅਸੀਂ ਪਦੇ ਦੇਖਦੇ ਹਾਂ, ਪਦਾ 2 ਤੁਕੇ ਹੈ, 3 ਤੁਕੇ ਹੈ, 4 ਤੁਕੇ ਹੈ, 6 ਤੁਕੇ ਹੈ, ਤਾਂ ਉਹਦੇ ਵਿੱਚੋਂ ਸਾਨੂੰ ਉਪਦੇਸ਼ ਪੂਰੇ ਹੋਈ ਜਾ ਰਹੇ ਹਨ। ਸ਼ਬਦ ਹੋਏ ਘਰ 6ਵੇਂ ਦਾ, ਪਰ ਗੁਰੂ ਸਾਹਿਬ ਸਾਨੂੰ ਕੁਝ ਹੁਣ ਇਹੋ ਜਿਹੀ ਬਾਤ ਕਰਨ ਲੱਗੇ ਨੇ ਜਿਹੜੀ ਕਿ ਘਰ 6ਵੇਂ ਵਿੱਚ ਨਹੀਂ। ਉਹ ਕਹਿੰਦੇ ਬੱਚਿਆ, ਇਹਨੂੰ ਕਿਸੇ ਹੋਰ ਢੰਗ ਨਾਲ ਸਮਝਣਾ ਹੈ। ਇਹ ਘਰ 6ਵੇਂ ਤੋਂ ਭਿੰਨ ਹੈ, ਇਹ ਘਰ 6ਵੇਂ ਤੋਂ ਵੱਖਰਾ ਹੈ, ਇਹ ਘਰ 6ਵੇਂ ਤੋਂ ਰਿਹਾ ਹੋਇਆ ਹੈ। ਗੁਰੂ ਸਾਹਿਬ ਨੇ ਇਸ ਪਦੇ ਨੂੰ ਲਿਖਤਾ ਅੱਗੇ ਰਹਾਓ। ਜਦੋਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਘਰ 6ਵੇਂ ਦੇ ਸ਼ਬਦ ਦੇਖਦੇ ਹਾਂ ਤਾਂ ਦੇਖਦੇ ਹਾਂ ਕਿ ਇਹ ਰਹਾਓ ਦੇ ਪਦੇ ਘਰ 6ਵੇਂ 'ਚ ਤਾਂ ਹੋ ਨਹੀਂ ਸਕਦੇ। ਇਹ ਫਿਰ ਕਿਹੜੇ ਘਰ 'ਚ ਨੇ? ਜਦੋਂ ਘਰ 6ਵੇਂ ਦੇ ਸ਼ਬਦ ਦਾ ਰਹਾਓ ਦਾ ਪਦਾ ਹੁੰਦਾ ਹੈ, ਉਹ ਜਾਂ ਘਰ ਪਹਿਲੇ 'ਚ ਹੁੰਦਾ ਹੈ, ਜਾਂ ਘਰ ਦੂਜੇ ਵਿੱਚ ਹੁੰਦਾ ਹੈ, ਤੇ ਜਾਂ ਘਰ ਤੀਜੇ ਵਿੱਚ ਹੁੰਦਾ ਹੈ। ਆਓ ਅਜਿਹਾ ਸ਼ਬਦ ਦੇਖਦੇ ਹਾਂ ਜਿਹੜਾ ਕਿ ਸ਼ਬਦ ਤਾਂ ਹੈ ਘਰ 6ਵੇਂ ਵਿੱਚ, ਪਰ ਇਸ ਦਾ ਰਹਾਓ ਦਾ ਪਦਾ ਹੈ ਘਰ ਪਹਿਲੇ ਵਿੱਚ। ਘਰ ਪਹਿਲੇ ਦਾ ਵਿਧਾਨ ਅਸੀਂ ਵਿਚਾਰ ਚੁੱਕੇ ਹਾਂ ਕਿ ਹਰ ਤੁਕ ਵਿੱਚੋਂ ਇੱਕ ਸੁਨੇਹਾ, ਮਨ ਨਿਰਮਲ ਕਰਮ ਕਰ। ਇਹ ਮਨ ਨਿਰਮਲ ਕਰਮ ਕਰ, ਪਹਿਲਾ ਕਰ। ਤਾਰਨ ਤਰਨ ਹਰ, ਉਹ ਹਰ ਹੈ ਤੈਨੂੰ ਤਾਰਨ ਲਈ। ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜਿਓ, ਹੋਰ ਜਿਹੜੇ ਦੁਨੀਆ ਦੇ ਜੰਜਾਲਾਂ 'ਚ ਤੂੰ ਫਸ ਰਿਹਾ ਉਹ ਤੇਰੇ ਕਿਸੇ ਕੰਮ ਨਹੀਂ ਆਉਣੇ। ਇਹ 3 ਘਰ ਪਹਿਲੀ ਤੁਕ ਵਿੱਚ ਨੇ। ਦੂਜੀ ਤੁਕ ਵਿੱਚ ਜੀਵਨ ਦੇਵਾ, ਇਹ ਆਤਮਕ ਜੀਵਨ ਜਿੱਥੋਂ ਤੈਨੂੰ ਮਿਲਣਾ ਹੈ। ਪਾਰ ਬ੍ਰਹਮ ਸੇਵਾ, ਪਾਰ ਬ੍ਰਹਮ ਦੇ ਗਿਆਨ ਦੀ ਸੋਝੀ, ਪਾਰ ਬ੍ਰਹਮ ਸੇਵਾ। ਇਹ ਉਪਦੇਸ਼ ਮੌਕੋ ਗੁਰ ਦੀਨਾ ਜਿਓ, ਤੋ ਇਹ ਉਪਦੇਸ਼ ਵੀ ਮੈਨੂੰ ਗੁਰੂ ਤੋਂ ਪ੍ਰਾਪਤ ਹੋਇਆ ਹੈ। ਤੋ ਇਹ 3 ਘਰ ਦੂਜੀ ਤੁਕ ਵਿੱਚ, ਇਹ 6 ਘਰ ਰਲਣ ਦੇ ਨਾਲ ਉਪਦੇਸ਼ ਪੂਰਾ ਹੋਇਆ। ਇਹ ਚੱਲਣ ਘਰ 6ਵੇਂ ਦਾ ਹੈ। ਇਹ ਸ਼ਬਦ ਘਰ 6ਵੇਂ ਅਨੁਸਾਰ ਇਸ ਤਰ੍ਹਾਂ ਚੱਲ ਰਿਹਾ ਹੈ। ਪਰ ਇਸ ਸ਼ਬਦ ਦਾ ਰਹਾਓ ਦਾ ਪਦਾ ਉਹ ਇਉਂ ਨਹੀਂ ਸਮਝਣਾ ਹੈ। ਆਓ ਉਸ ਦਾ ਘਰ ਦੇਖੀਏ। ਰਹਾਓ ਦਾ ਪਦਾ ਹੈ, ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ। ਇਹ ਮੇਰੇ ਪਿਆਰੇ ਮੇਰੀ ਬੇਨਤੀ ਸੁਣੋ। ਤੋ ਇੱਕ ਬਾਤ ਹੈ, ਤੁਕ ਖਤਮ ਹੋ ਗਈ ਹੈ। ਦੂਸਰੀ ਤੁਕ ਦਾ ਆਪਣਾ ਵੱਖਰਾ ਵਿਸ਼ਾ ਹੈ, ਹਰ ਬਿਨ ਮੁਕਤ ਨਾ ਕਾਹੂ ਜੀਓ। ਤੋ ਇੱਕ ਮੇਰੀ ਬੇਨਤੀ ਸੁਣੋ ਇੱਕ ਬਾਤ ਹੈ, ਦੂਸਰੀ ਬਾਤ ਦਾ ਵਿਸ਼ਾ ਹੀ ਦੂਸਰਾ ਹੈ, ਹਰ ਬਿਨ ਮੁਕਤ ਨਾ ਕਾਹੂ ਜੀਓ। ਤੇ ਉਹ ਵੀ ਘਰ ਪਹਿਲਾ, ਉਹ ਵੀ ਘਰ ਪਹਿਲਾ, ਤੇ ਇਹ ਸਾਰਾ ਪਦਾ ਘਰ ਪਹਿਲੇ ਅਨੁਸਾਰ ਸਮਝਣਾ ਹੈ। ਇੱਥੇ ਘਰ 6ਵੇਂ ਦਾ ਵਿਧਾਨ ਲਾਗੂ ਨਹੀਂ ਹੋ ਸਕਦਾ ਹੈ। ਇਸ ਕਰਕੇ ਇਹ ਵਾਲਾ ਪਦਾ ਘਰ 6ਵੇਂ ਦੇ ਸ਼ਬਦ ਦਾ ਰਹਾਓ ਦਾ ਪਦਾ ਹੈ। ਆਓ ਅਸੀਂ ਦੇਖਦੇ ਹਾਂ ਇੱਕ ਹੋਰ ਸ਼ਬਦ। ਇਹ ਸ਼ਬਦ ਹੈ
ਏਕ ਓਂਕਾਰ ਸਤਿਗੁਰ ਪ੍ਰਸਾਦ। ਜਦੋਂ ਇਹ ਮੰਗਲਾਚਰਨ ਹੁੰਦਾ ਹੈ, ਇਸ ਨੂੰ ਏਕ ਓਂਕਾਰ ਦਾ ਉਚਾਰਨ ਇਸ ਕਰਕੇ ਕੀਤਾ ਹੈ ਕਿਉਂਕਿ ਗੁਰੂ ਸਾਹਿਬ ਨੇ ਇਸ ਨੂੰ ਏਕ ਓਂਕਾਰ ਲਿਖਿਆ ਹੈ। ਏਕ ਓਂਕਾਰ ਸਤਿਗੁਰ ਪ੍ਰਸਾਦ, ਜਦੋਂ ਇਹ ਸੰਖੇਪ ਮੰਗਲਾਚਰਨ ਹੋਏ ਤਾਂ ਇਹ ਘਰ ਛੇਵੇਂ ਦੇ ਸ਼ਬਦਾਂ ਦੇ ਸਮੂਹ ਦਾ ਪਹਿਲਾ ਸ਼ਬਦ ਹੈ। ਇੱਥੋਂ ਘਰ ਛੇਵਾਂ ਆਰੰਭ ਹੋਇਆ ਹੈ। ਇਹ ਸੰਖੇਪ ਮੰਗਲਾਚਰਨ ਇਹ ਦੱਸਦਾ ਹੈ। ਏਕ ਓਂਕਾਰ ਸਤਿਗੁਰ ਪ੍ਰਸਾਦ, ਆਸਾ ਘਰ ਛੇਵਾਂ ਮਹੱਲਾ ਪਹਿਲਾ। ਮਹੱਲਾ ਪਹਿਲਾ ਬਾਅਦ ਚੋਂ, ਘਰ ਛੇਵਾਂ ਪਹਿਲਾ। ਇਹ ਇੰਨਾ ਮਹੱਤਵਪੂਰਨ ਹੈ ਇਸ ਕਰਕੇ ਕਿ ਤਬਲਾ ਹਾਰਮੋਨੀਅਮ ਨਹੀਂ ਹੈ। ਇਹ ਇਸ ਸ਼ਬਦ ਨੂੰ ਸਮਝਣ ਦਾ ਵਿਧਾਨ ਹੈ। ਹੁਣ ਸ਼ਬਦ ਹੈ ਘਰ ਛੇਵੇਂ ਦਾ ਮਨ। ਆਓ ਮਨ ਦੀ ਬਾਤ ਕਰਦੇ ਹਾਂ। ਮਨ ਭਾਵ ਆਓ ਵਿਚਾਰਾਂ ਦੀ ਬਾਤ ਕਰਦੇ ਹਾਂ। ਮੋਤੀ ਜੇ ਗਹਿਣਾ ਹੋਏ, ਜੇਕਰ ਵਿਚਾਰ ਨੂੰ ਇਹ ਸਮਝ ਲਈਏ ਇਹ ਕੋਈ ਮੋਤੀਆਂ ਦਾ ਗਹਿਣਾ ਹੈ। ਚੱਲ ਰਹੇ ਨੇ ਵਿਚਾਰ, ਪਰ ਇਹਨੂੰ ਐ ਸਮਝੀਏ ਇਹ ਮੋਤੀਆਂ ਦਾ ਕੋਈ ਗਹਿਣਾ ਹੈ। ਮਨ ਮੋਤੀ ਜੇ ਗਹਿਣਾ ਹੋਵੇ। ਜੇ ਮੋਤੀ ਨੇ ਤੇ ਫਿਰ ਮੋਤੀਆਂ ਨੂੰ ਇੱਕ ਸੂਤਰ ਵਿੱਚ ਪਰੋਣਾ ਹੋਏਗਾ। ਪਾਉਣ ਹੋਵੇ ਸੂਤਧਾਰੀ, ਜਿਹੜੇ ਸਾਡੇ ਸਾਹ ਚੱਲ ਰਹੇ ਨੇ। ਮਨ ਇੱਕ ਪਾਸੇ ਮਨ ਕੰਮ ਕਰ ਰਿਹਾ, ਸਾਹ ਚੱਲ ਰਹੇ, ਸਾਡੇ ਸਵਾਸ ਚੱਲ ਰਹੇ ਨੇ। ਤਾਂ ਇਹ ਜਿਹੜਾ ਪਾਉਣ ਹੈ, ਇਹ ਪਾਉਣ ਸਮਝੋ ਇਹ ਸਵਾਸਾਂ ਦਾ ਸੂਤਰ ਹੈ। ਮੋਤੀਆਂ ਦੀ ਸੀਮਾ ਸੂਤਰ ਦੀ ਸੀਮਾ ਨੇ ਤੈਅ ਕਰਨੀ ਹੈ। ਤੁਹਾਡੇ ਸੀਮਤ ਸਵਾਸਾਂ ਨੇ ਮੋਤੀਆਂ ਨੂੰ ਸੀਮਤ ਕਰਨਾ ਹੈ। ਤਾਂ ਪਹਿਲੀ ਤੁਕ ਹੋ ਗਈ, ਤਿੰਨ ਘਰ ਹੋ ਗਏ। ਦੂਜੀ ਤੁਕ ਖਿਮਾ ਸੀਗਾਰ। ਇਹ ਸੀਗਾਰ ਅਸੀਂ ਸਿੰਗਾਰ ਕਰਦੇ ਹਾਂ ਮੋਤੀਆਂ ਦੇ ਉਹਦੇ ਨਾਲ, ਤੇ ਇਹ ਵਿਚਾਰਾਂ ਨੂੰ ਸ਼ਿੰਗਾਰ ਕੀਤਾ ਖਿਮਾ ਦੇ ਵਿਚਾਰਾਂ ਦੇ ਨਾਲ। ਖਿਮਾ ਸੀਗਾਰ। ਕਾਮਣ ਤਨ ਪਹਿਰੈ। ਉਹ ਕਾਮਣ ਇਹ ਜੀਵ ਇਸਤਰੀ ਆਪਣੇ ਤਨ ਤੇ ਇਹੋ ਜਿਹੇ ਸ਼ੁਭ ਵਿਚਾਰ, ਖਿਮਾ ਵਾਲੇ ਵਿਚਾਰ ਆਪਣੇ ਤਨ ਤੇ ਪਹਿਰੇ, ਤੇ ਰਾਵੈ ਲਾਲ ਪਿਆਰੀ, ਤੇ ਪਿਆਰੇ ਨੂੰ ਇਹੋ ਜਿਹੀ ਜੀਵ ਇਸਤਰੀ, ਇਹੋ ਜਿਹੇ ਵਿਚਾਰ ਚੰਗੇ ਲੱਗਦੇ ਹਨ। ਤਾਂ ਇਹ ਸਾਰਾ ਉਪਦੇਸ਼ 6 ਘਰਾਂ ਦੇ ਮੇਲ ਦੇ ਨਾਲ ਪੂਰਾ ਹੋਇਆ ਹੈ। ਹੁਣ ਇਸ ਸ਼ਬਦ ਦਾ ਰਾਹਵ ਦਾ ਪਦਾ ਹੈ। ਲਾਲ ਬਹੁ ਗੁਣ ਕਾਮਣ ਮੋਹੀ। ਕਿੰਨੇ ਗੁਣਾਂ ਵਾਲਾ ਲਾਲ ਹੈ, ਕਾਮਣ ਉਸ ਤੋਂ ਮੋਹੀ ਗਈ ਹੈ। ਲਾਲ ਬਹੁ ਗੁਣ ਕਾਮਣ ਮੋਹੀ। ਦੂਸਰਾ ਘਰ, ਦੂਸਰੀ ਤੁਕ। ਤੇਰੇ ਗੁਣ ਹੋਏ ਨਾ ਅਵਰੀ। ਤੇਰੇ ਵਾਲੇ ਗੁਣ ਕਿਸੇ ਹੋਰ ਵਿੱਚ ਨਹੀਂ ਹਨ। ਦੋਨਾਂ ਤੁਕਾਂ ਦੇ ਮੇਲ ਦੇ ਵਿੱਚੋਂ ਇੱਕ ਉਪਦੇਸ਼ ਪੂਰਾ ਹੋਇਆ ਹੈ। ਇਹ ਚਲਨ ਹੈ ਘਰ ਦੂਜੇ ਦਾ, ਨਾ ਕਿ ਘਰ ਛੇਵੇਂ ਦਾ। ਘਰ ਛੇਵੇਂ ਨੂੰ 6 ਘਰ ਚਾਹੀਦੇ ਨੇ ਉਪਦੇਸ਼ ਲਈ। ਇਸ ਕਰਕੇ ਇਹ ਪਦਾ ਇਸ ਘਰ ਛੇਵੇਂ ਦੇ ਸ਼ਬਦ ਦਾ ਰਹਾਉ ਦਾ ਪਦਾ ਹੈ। ਆਓ ਇੱਕ ਇਹੋ ਜਿਹਾ ਸ਼ਬਦ ਦੇਖਦੇ ਹਾਂ ਕਿ ਸ਼ਬਦ ਤਾਂ ਹੋਏ ਘਰ ਛੇਵੇਂ ਵਿੱਚ, ਪਰ ਰਹਾਉ ਦਾ ਪਦਾ ਹੋਏ ਘਰ ਤੀਜੇ ਵਿੱਚ। ਏਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾਂ। ਆਸਾ ਰਾਗ ਦੇ ਅਧਿਆਏ ਵਿੱਚ ਇਹ ਸ਼ਬਦ ਨੂੰ ਉੱਥੇ ਢੂੰਡਣਾ ਹੈ। ਇਹ ਸ਼ਬਦ ਹੈ ਜੋ ਤੁਧ ਭਾਵੈ, ਜੋ ਤੈਨੂੰ ਚੰਗਾ ਲੱਗੇ। ਇਹ ਸ਼ਰਤ ਦਾ ਇੱਕ ਘਰ ਹੈ। ਦੂਸਰਾ ਘਰ ਸੋ ਪਰਵਾਨਾ, ਉਹ ਫਿਰ ਮੈਨੂੰ ਪ੍ਰਵਾਨ ਹੈ। ਸੁਖ ਸਹਜ ਮਨ ਸੋਈ, ਅਜੇ ਉਹ ਜਿਹਾ ਕਰਨ ਦੇ ਨਾਲ ਹੀ ਮੇਰੇ ਮਨ ਵਿੱਚ ਸੁਖ ਤੇ ਸਹਿਜ ਆਉਂਦਾ ਹੈ। ਇਹ 3 ਘਰ ਹੋਏ। ਪਹਿਲਾ ਤੁਕ ਹੋ ਗਈ, ਦੂਜੀ ਤੁਕ ਵਿੱਚ 3 ਘਰ ਹੋਰ। ਕਰਨ ਕਾਰਨ, ਜੋ ਕੁਝ ਹੈ ਇਸ ਦਾ ਕਰਨ ਵਾਲਾ ਉਹ ਕਰਤਾਰ ਹੈ। ਉਸ ਦੀ ਇੰਨੀ ਕੁ ਸਮਰੱਥ ਹੈ ਕਿ ਕਿੰਨੀ ਸਮਰੱਥ ਹੈ, ਇਹ ਦੂਜੀ ਬਾਤ ਹੈ। ਸਮਰੱਥ ਅਪਾਰਾ, ਉਸ ਦੀ ਸਮਰੱਥਾ ਅਪਾਰ ਹੈ। ਅੱਛਾ, ਉਹਦੇ ਵਰਗਾ ਕੋਈ ਹੋਰ ਤਾਂ ਨਹੀਂ ਹੈ। ਅਵਰ ਨਾਹੀ ਰੇ ਕੋਈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ। ਤੀਸਰੀ ਬਾਤ ਹੈ। ਸਾਰਾ ਉਪਦੇਸ਼ 6 ਘਰਾਂ ਦੇ ਨਾਲ ਪੂਰਾ ਹੋਇਆ। ਪਰ ਇਸ ਸ਼ਬਦ ਦਾ ਜਦੋਂ ਰਹਾਉ ਦਾ ਪਦ ਆਉਂਦਾ ਹੈ, ਤੇਰੇ ਜਨ ਰਸਕ ਰਸਕ ਗੁਣ ਗਾਵਹੇ। ਇਹੋ ਜਿਹੇ ਜਨਾਂ ਦਾ ਆਪਸੀ ਸਲਾਹ ਮਸ਼ਵਰਾ, ਇਹਨਾਂ ਦੇ ਆਪਣੇ ਫੈਸਲੇ ਤੇ ਇਹਨਾਂ ਦੀ ਸੋਝੀ, ਇਹ ਦੂਸਰਾ ਘਰ ਹੈ। ਮਸਲਤ ਮਤਾ ਸਿਆਣਪ ਜਨ ਕੀ। ਤੀਜਾ ਘਰ ਜੋ ਤੂੰ ਕਰਹਿ ਕਰਾਵੇ। ਪਹਿਲਾ ਜਨ ਦਾ ਇੱਕ ਘਰ ਪਹਿਲੀ ਤੁਕ ਵਿੱਚ ਹੈ। ਜਨ ਬਾਰੇ ਦੂਜਾ ਘਰ ਦੂਜੀ ਤੁਕ ਵਿੱਚ ਹੈ, ਪਰ ਦੂਜੀ ਤੁਕ ਵਿੱਚ ਤੂੰ ਬਾਰੇ ਵੀ ਹੈ। ਇਹ ਉਪਦੇਸ਼ 3 ਘਰਾਂ ਨਾਲ ਪੂਰਾ ਹੋਇਆ। ਇਸ ਕਰਕੇ ਇਹ ਉਪਦੇਸ਼ ਘਰ ਛੇਵੇਂ ਦੇ ਉਪਦੇਸ਼ ਨੂੰ ਸਮਝਣ ਦੇ ਢੰਗ ਤੋਂ ਰਿਹਾ ਹੋਇਆ ਹੈ। ਇਸ ਕਰਕੇ ਇਹ ਘਰ ਛੇਵੇਂ ਦੇ ਸ਼ਬਦ ਦਾ ਰਹਾਉ ਦਾ ਪਤਾ ਹੈ। ਆਓ ਅਸੀਂ ਵਿਚਾਰਦੇ ਹਾਂ ਕਿ ਰਹਾਉ ਤੇ ਰਹਾਉ ਦੂਜੇ ਵਿੱਚ ਕੀ ਅੰਤਰ ਹੈ। ਜਦੋਂ 4 ਰਹਾਉ ਨੇ, 6 ਰਹਾਉ ਨੇ, ਉਦੋਂ ਨਹੀਂ ਲਿਖਿਆ ਗੁਰੂ ਸਾਹਿਬ ਨੇ ਰਹਾਉ ਦੂਜਾ। ਇਸ ਸ਼ਬਦ ਵਿੱਚ ਕੇਵਲ 2 ਰਹਾਉ ਨੇ ਤੇ ਦੂਜੇ ਰਹਾਉ ਨੂੰ ਲਿਖਤਾ ਰਹਾਉ ਦੂਜਾ। ਇਸ ਦਾ ਕੀ ਭਾਵ ਹੈ? ਪਦੇ ਵਿੱਚ 6 ਘਰ ਨੇ। ਪਹਿਲਾ ਘਰ ਜੋ ਜੋ ਜੂਨੀ ਆਇਓ। ਤਾਂ ਹੁਣ ਜੂਨਾਂ ਦੀ ਬਾਤ। ਤਹਿ ਤਹਿ ਉਲਝਾਇਓ, ਉਹ ਜੂਨਾਂ ਵਿੱਚ ਜਿਹੜੇ ਉਲਝਣਾ ਨੇ, ਇਹ ਹੁਣ ਉਲਝਣਾ ਦੀ ਬਾਤ। ਦੂਜਾ ਘਰ
ਮਾਨਸ ਜਨਮ ਸੰਜੋਗ ਪਾਇਆ, ਤੇ ਇਹਨਾਂ ਸਾਰੀਆਂ ਜੂਨਾਂ ਵਿੱਚੋਂ ਮਾਨਸ ਜੂਨ ਇਹ ਸੰਜੋਗਾਂ ਦੇ ਨਾਲ ਪ੍ਰਾਪਤ ਹੋਈ ਹੈ। ਤੀਜਾ ਕਰ। ਚੌਥਾ ਕਰ, ਤਾਕੀ ਹੈ ਓਟ ਸਾਧ, ਸਾਰੀਆਂ ਜੂਨਾਂ ਵਿੱਚ ਤੇਰਾ ਹੀ ਆਸਰਾ ਹੈ। ਰੱਖੋ ਦੇ ਕਰ ਹੱਥ, ਤੇ ਮੈਨੂੰ ਮਨੁੱਖਾ ਜੂਨ 'ਚ ਤੁਸੀਂ ਹੱਥ ਦੇ ਕੇ ਰੱਖ ਲਓ। ਪੰਜਵਾਂ ਕਰ, ਕਰ ਕਿਰਪਾ ਮੇਲ ਹੋ ਰਾਇਆ, ਤੇ ਹੁਣ ਇਸ ਜੂਨ ਵਿੱਚ ਮੈਨੂੰ ਤੁਸੀਂ ਆਪਣੇ ਨਾਲ ਮੇਲ ਲਓ। ਇਹ ਛੇਵਾਂ ਕਰ ਹੈ। ਜੂਨਾਂ ਦੀ ਬਾਤ, ਉਹਨਾਂ ਜੂਨਾਂ ਦੀ ਉਲਝਣਾਂ ਦੀ ਬਾਤ, ਤੇ ਇਹ ਮਨੁੱਖਾ ਜਨਮ ਪ੍ਰਾਪਤ ਹੋਣ ਦੀ ਬਾਤ, ਤੇ ਇਸ ਸਾਰੀਆਂ ਜੂਨਾਂ ਵਿੱਚ ਤੇਰੇ ਆਸਰੇ ਦੀ ਬਾਤ, ਤੇ ਇਸ ਜੂਨ ਵਿੱਚ ਮੈਨੂੰ ਹੱਥ ਦੇ ਕੇ ਰੱਖਣ ਦੀ ਬਾਤ, ਤੇ ਮੇਰਾ ਮੇਲ ਹੋ ਜਾਏ। ਤਾਂ ਇਹ ਸਾਰਾ ਉਪਦੇਸ਼ 6 ਘਰਾਂ ਦੇ ਨਾਲ ਪੂਰਾ ਹੋਇਆ ਹੈ। ਇਸ ਦਾ ਰਹਾਉ ਹੈ, ਅਨੇਕ ਜਨਮ ਭ੍ਰਮ ਥਿਤ ਨਹੀਂ ਪਾਈ, ਇੰਨੇ ਜਨਮਾਂ 'ਚ ਫਿਰ ਕੇ ਮੇਰਾ ਟਿਕਾ ਨਹੀਂ ਹੋਇਆ। ਦੂਸਰੀ ਬਾਤ, ਕਰੋ ਸੇਵਾ ਗੁਰ ਲਾਗੋ ਚਰਨ, ਤੇ ਹੁਣ ਮੈਂ ਹੁਣ ਗੁਰੂ ਦੀ ਬਾਤ ਨੂੰ ਸਮਝ ਲਾਂ। ਕਰੋ ਸੇਵਾ ਗੁਰ ਲਾਗੋ ਚਰਨ, ਮੈਂ ਚਰਨੀ ਪੈ ਜਾ, ਉਹ ਗਿਆਨ ਪ੍ਰਾਪਤ ਕਰਾਂ ਗੁਰੂ ਪਾਸੋਂ। ਇਹ ਮੈਂ ਕਰ ਲਾਂ ਕੰਮ। ਇਹ ਦੂਜਾ ਕਰ। ਇੱਕ ਕਰ ਹੋਰ ਹੈ, ਗੋਬਿੰਦ ਜੀ ਕਾ ਮਾਰਗ ਦੇਹੋ ਜੀ ਬਤਾਈ, ਮੈਨੂੰ ਦੱਸੋ ਇਹ ਮਾਰਗ ਕਿਹੜਾ ਹੈ। ਤਾਂ ਇਹ ਤੀਜਾ ਕਰ ਹੈ। ਉਹ ਰਹਾਉ ਦਾ ਪਦਾ ਪੂਰਾ ਹੋ ਗਿਆ ਹੈ। ਇਹ ਦੋ ਤੁਕੇ ਰਹਾਉ ਦਾ ਪਦਾ ਇਹ 3 ਘਰਾਂ ਨਾਲ ਹੈ। ਇੱਥੇ ਇੱਕ ਹੈ ਰਹਾਉ ਦੂਜਾ। ਜਿਵੇਂ ਰਹਾਉ ਦੇ ਪਦੇ ਵਿੱਚ ਕੋਈ ਇਹੋ ਜਿਹਾ ਉਪਦੇਸ਼ ਹੁੰਦਾ ਹੈ ਜਿਸ ਨੂੰ ਸਮਝਣ ਦਾ ਢੰਗ ਸ਼ਬਦ ਦੇ ਉਪਦੇਸ਼ਾਂ ਨੂੰ ਸਮਝਣ ਦੇ ਢੰਗ ਤੋਂ ਰਿਹਾ ਹੋਇਆ ਹੈ। ਹੁਣ ਰਹਾਉ ਦੂਜੇ ਵਿੱਚ ਕੋਈ ਇਹੋ ਜਿਹਾ ਉਪਦੇਸ਼ ਹੈ ਜਿਹੜਾ ਕਿ ਰਹਾਉ ਦੇ ਪਦੇ ਦੇ ਉਪਦੇਸ਼ ਨੂੰ ਸਮਝਣ ਦੇ ਢੰਗ ਤੋਂ ਵੀ ਰਿਹਾ ਹੋਇਆ ਹੈ। ਹੁਣ ਇਹਦੇ ਵਿੱਚ ਰਹਾਉ ਦੂਜਾ ਜਿੱਥੋਂ ਆਏਗਾ ਉੱਥੇ ਕੋਈ ਇਹੋ ਜਿਹਾ ਉਪਦੇਸ਼ ਹੈ ਜਿਹੜਾ ਨਾ ਘਰ 6ਵੇਂ ਵਿੱਚ ਹੋਏਗਾ ਤੇ ਨਾ ਘਰ 3 ਵਿੱਚ ਹੋਏਗਾ, ਕਿਉਂਕਿ ਘਰ 6ਵੇਂ ਵਿੱਚ ਸਾਰੀ ਅਸ਼ਟਪਦੀ ਚੱਲ ਰਹੀ ਹੈ ਤੇ ਘਰ 3 ਵਿੱਚ ਪਹਿਲਾ ਰਹਾ ਹੋ ਚੁੱਕਿਆ ਹੈ। ਹੁਣ ਇਹ ਰਹਾਉ 6ਵੇਂ ਤੇ 3 ਤੋਂ ਹਟ ਕੇ ਕਿਸੇ ਹੋਰ ਢੰਗ ਨਾਲ ਸਮਝਣਾ ਹੋਏਗਾ। ਆਓ ਦੇਖਦੇ ਹਾਂ ਇਹ ਕੀ ਹੈ। ਸਫਲ ਭਈ ਸਫਲ ਯਾਤਰਾ। ਤਾਂ ਇਹ ਇੱਕ ਕਰ ਹੋ ਗਿਆ। ਬਿਲਕੁਲ ਇਹ ਗੱਲ ਸਮਝ ਆ ਗਈ। ਇੱਕ ਤੁਕ ਹੋਈ, ਇੱਕ ਕਰ ਹੋਇਆ। ਅੱਗੇ ਚੱਲਦੇ ਹਾਂ। ਦੂਜੀ ਤੁਕ ਵਿੱਚ ਕੀ ਹੈ? ਆਉਣ ਜਾਣ ਰਹੇ ਮਿਲੇ ਸਾਦਾ। ਗਿਆਨ ਹਾਸਲ ਕਰਕੇ ਮੇਰੀ ਸੁਰਤ ਇੰਨੀ ਉੱਪਰ ਹੋ ਗਈ ਹੈ ਕਿ ਹੁਣ ਮੈਨੂੰ ਇਹਨਾਂ ਮਾਇਆ ਦੇ ਪ੍ਰਭਾਵ ਤੋਂ ਬਚਣ ਦਾ ਢੰਗ ਤਰੀਕਾ ਪਤਾ ਲੱਗ ਗਿਆ ਹੈ ਤੇ ਹੁਣ ਮੇਰਾ ਆਉਣ ਜਾਣ ਰਹੇ। ਕਿਵੇਂ? ਮਿਲੇ ਸਾਦਾ। ਸਾਧ ਨੂੰ ਮਿਲਣ ਦੇ ਨਾਲ ਮੇਰਾ ਆਉਣ ਜਾਣ ਰਹੇ। ਇਉਂ ਮੇਰੀ ਯਾਤਰਾ ਸਫਲ ਹੋ ਗਈ ਹੈ। ਤਾਂ ਇਹ ਸਫਲ ਭਈ ਸਫਲ ਯਾਤਰਾ। ਇੱਕ ਘਰ ਆਉਣ ਜਾਣ ਰਹੇ ਮਿਲੇ ਸਾਦਾ। ਦੂਜਾ ਘਰ 2 ਘਰਾਂ ਦੇ ਮੇਲ ਦੇ ਨਾਲ ਹੀ ਉਪਦੇਸ਼ ਪੂਰਾ ਹੋ ਗਿਆ। ਇਸ ਕਰਕੇ ਇਹ ਘਰ 3 ਦੇ ਰਹਾਉ ਤੋਂ ਰਿਹਾ ਹੋਇਆ ਘਰ ਦੂਜਾ ਹੈ। ਤਾਂ ਰਹਾਉ ਤੇ ਰਹਾਉ ਦੂਜੇ ਦਾ ਇਹ ਭਾਵ ਹੁੰਦਾ ਹੈ। ਜਦੋਂ ਗੁਰੂ ਸਾਹਿਬ ਵੱਲੋਂ ਸ਼ਬਦ ਦੇ ਸਿਰਲੇਖ ਵਿੱਚ ਘਰ 6ਵਾਂ ਦਰਜ ਹੁੰਦਾ ਹੈ ਤਾਂ ਦੂਸਰਾ ਨਿਰਦੇਸ਼ ਇਹ ਹੁੰਦਾ ਹੈ ਕਿ ਇਸ ਸ਼ਬਦ ਵਿੱਚ ਵਿਸ਼ਰਾਮ ਕਿੱਥੇ ਦੇਣੇ ਹਨ। ਜਿਹੜੇ ਵਿਸ਼ਰਾਮ ਨੇ, ਜਦੋਂ ਘਰ 6ਵੇਂ ਦਾ ਸ਼ਬਦ ਹੈ ਤਾਂ ਇਸ ਦਾ ਪੂਰਨ ਵਿਰਾਮ ਜਿਹੜਾ ਅੰਗਰੇਜ਼ੀ ਦਾ ਫੁੱਲ ਸਟਾਪ ਹੈ, ਇਹ ਤਾਂ ਦੇਣਾ ਹੈ 6ਵੇਂ ਘਰ ਤੋਂ ਬਾਅਦ। ਉਸ ਤੋਂ ਪਹਿਲਾਂ ਬਾਕੀ ਸਾਰੇ ਘਰਾਂ ਤੇ ਆਏਗਾ ਅਰਧ ਵਿਰਾਮ, ਜਿਹਨੂੰ ਅੰਗਰੇਜ਼ੀ ਵਿੱਚ ਬੋਲਦੇ ਹਾਂ ਸੈਮੀਕੋਲਨ। ਤੇ ਜੇਕਰ ਕਿਸੇ ਘਰ ਦੇ ਵਿੱਚ ਕੋਈ ਹੋਰ ਸੰਬੋਧਨ ਕਰਕੇ ਜਾਂ ਉਪਦੇਸ਼ ਦੇ ਚਲਨ ਕਰਕੇ ਜੇ ਉੱਥੇ ਇੱਕ ਹੋਰ ਵਿਸ਼ਰਾਮ ਦੇਣਾ ਹੋਏ, ਅੰਗਰੇਜ਼ੀ ਭਾਸ਼ਾ ਦੇ ਕੌਮਾ ਵਰਗਾ, ਉਹ ਅਤੀ ਅਰਧ ਵਿਰਾਮ ਹੈ। ਘਰ ਦੇ ਵਿੱਚ ਅਤੀ ਅਰਧ ਵਿਰਾਮ, ਪਹਿਲੇ ਤੋਂ 5ਵੇਂ ਘਰ ਦੀ ਸਮਾਪਤੀ ਤੇ ਅਰਧ ਵਿਰਾਮ ਤੇ 6ਵੇਂ ਘਰ ਦੀ ਸਮਾਪਤੀ ਤੇ ਪੂਰਨ ਵਿਰਾਮ। ਤਾਂ ਇਹ ਘਰ 6ਵੇਂ ਦੇ ਸ਼ਬਦਾਂ ਵਿੱਚ ਵਿਸ਼ਰਾਮਾਂ ਨੂੰ ਦੇਣ ਦਾ ਢੰਗ ਹੈ। ਇਉਂ ਘਰ 6ਵੇਂ ਦੇ ਸਿਰਲੇਖ ਤੋਂ ਹੀ ਘਰ 6ਵੇਂ ਦੇ ਉਪਦੇਸ਼ਾਂ ਵਿੱਚ ਵਿਸ਼ਰਾਮਾਂ ਨੂੰ ਦੇਣ ਦਾ ਢੰਗ ਨਿਰਧਾਰਤ ਹੋ ਜਾਂਦਾ ਹੈ। ਤੀਸਰਾ ਨਿਰਦੇਸ਼, ਜਦੋਂ ਸ਼ਬਦ ਦੇ ਸਿਰਲੇਖ ਵਿੱਚ ਗੁਰੂ ਸਾਹਿਬ ਵੱਲੋਂ ਘਰ 6ਵਾਂ ਸੁਭਾਇਮਾਨ ਕੀਤਾ ਜਾਂਦਾ ਹੈ ਤਾਂ ਤੀਸਰਾ ਨਿਰਦੇਸ਼ ਇਹ ਹੈ ਕਿ ਇਸ ਉਪਦੇਸ਼ ਜੋ ਹਰ ਪਦੇ ਵਿੱਚੋਂ ਇੱਕ ਉਪਦੇਸ਼ ਨਿਕਲ ਰਿਹਾ ਹੈ, ਇਸ ਉਪਦੇਸ਼ ਦੇ ਉਚਾਰਨ ਦਾ ਲਹਿਜਾ ਕੀ ਹੈ। ਜਿਵੇਂ ਮਨ ਮੋਤੀ ਜੇ ਗਹਿਣਾ ਹੋਵੇ ਤਾਂ ਹੋਵੇ ਨਾਲ ਅਸੀਂ ਲੱਗਿਆ, ਹਾਲੇ ਜਿਵੇਂ ਬਾਤ ਚੱਲ ਰਹੀ ਸਾਡੀ। ਪੌਣ ਹੋਵੇ ਸੂਤ ਧਾਰੀ, ਖਿਮਾ ਸਿਗਾਰ, ਕਾਮਣ ਤਨ ਪਹਿਰੈ, ਰਾਵੈ ਲਾਲ ਪਿਆਰੀ। ਤਾਂ ਇੱਥੇ ਆ ਕੇ ਅਸੀਂ ਲਹਿਜਾ ਸਾਡਾ ਇਹ ਹੋਇਆ ਕਿ ਹੁਣ ਮੇਰੀ ਬਾਤ ਪੂਰੀ ਹੋ ਗਈ ਹੈ। ਤਾਂ ਇਹ ਸਾਰੀ ਵਿਚਾਰ ਦਾ ਜੇ ਨਿਚੋੜ ਕੱਢੀਏ
ਇੱਕ ਮਹੱਤਵਪੂਰਨ ਬਾਤ ਇਹ ਹੈ ਕਿ ਘਰ ਛੇਵੇਂ ਦੇ ਸ਼ਬਦ ਦੇ ਹਰ ਪਦੇ ਵਿੱਚ ਇੱਕ ਉਪਦੇਸ਼ ਹੁੰਦਾ ਹੈ ਜੋ 6 ਘਰਾਂ ਦੇ ਮੇਲ ਦੇ ਨਾਲ ਪੂਰਾ ਹੁੰਦਾ ਹੈ। ਤੇ ਘਰ ਛੇਵੇਂ ਦੇ ਸ਼ਬਦ ਦੀਆਂ ਤੁਕਾਂ ਵਿੱਚ ਵਿਸ਼ਰਾਮ ਦੇਣ ਦਾ ਇੱਕ ਵਿਲੱਖਣ ਢੰਗ ਹੈ। ਪਹਿਲੇ 5 ਘਰਾਂ ਤੋਂ ਬਾਅਦ ਅਰਧ ਵਿਰਾਮ ਤੇ 6ਵੇਂ ਘਰ ਤੋਂ ਬਾਅਦ ਪੂਰਨ ਵਿਰਾਮ। ਹਰ ਘਰ ਵਿੱਚ ਅਤਿ ਅਰਧ ਵਿਰਾਮ। ਘਰ ਛੇਵੇਂ ਦੇ ਉਪਦੇਸ਼ ਦੇ ਉਚਾਰਨ ਦਾ ਲਹਿਜਾ ਇਹ ਹੁੰਦਾ ਹੈ ਕਿ ਕਿਵੇਂ ਹਾਲੇ ਇੱਕ ਘਰ ਤੋਂ ਬਾਅਦ ਦੂਜੇ ਘਰ ਤੋਂ ਬਾਅਦ ਕਿਵੇਂ ਗੱਲ ਚੱਲ ਰਹੀ ਹੈ ਤੇ ਕਿਵੇਂ ਜਾ ਕੇ ਉਹ ਖਤਮ ਹੋਣੀ ਹੈ। ਤੇ ਇਹ ਉਚਾਰਨ ਦਾ ਲਹਿਜਾ ਘਰ ਛੇਵੇਂ ਦੇ ਨਾਲ ਜੁੜਿਆ ਹੋਇਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸ਼ਬਦਾਂ ਅਤੇ ਸਾਰੇ ਛੰਤਾਂ ਦੇ ਘਰਾਂ ਦੇ ਸਮਝਣ ਦਾ ਵਿਧਾਨ ਇਸ ਕਿਤਾਬ 'ਚ ਹੈ। ਗੁਰਬਾਣੀ ਦੀ ਵਿਲੱਖਣਤਾ, ਔਰ ਇਸ ਕਿਤਾਬ ਵਿੱਚ ਗੁਰਬਾਣੀ ਦੀ ਵਿਲੱਖਣ ਸ਼ਬਦਾਵਲੀ ਔਰ ਗੁਰਬਾਣੀ ਦਾ ਵਿਲੱਖਣ ਉਚਾਰਨ ਦਾ ਢੰਗ ਕਿਤਾਬ ਵਿੱਚ ਤੁਸੀਂ ਪ੍ਰਾਪਤ ਕਰ ਸਕਦੇ ਹੋ। ਔਰ ਜਿਹੜੀਆਂ ਅਸੀਂ ਵੀਡੀਓਜ਼ ਬਣਾ ਰਹੇ ਹਾਂ, ਇਹਨਾਂ ਵੀਡੀਓਜ਼ ਨੂੰ ਵੀ ਸੰਭਾਲਣ ਦਾ ਇੱਕ ਤਰੀਕਾ ਰੱਖਿਆ ਹੈ ਤਾਂ ਕਿ ਵੀਡੀਓਜ਼ ਦੇ ਵਿਚਾਰ ਤੁਹਾਡੇ ਤੱਕ ਪੁੱਜਦੀ ਰਹੇ। ਤਾਂ ਇਸ ਦੇ ਲਈ ਇਹ YouTube ਚੈਨਲ ਹੈ। ਇਸ YouTube ਚੈਨਲ ਦਾ ਨਾਮ ਹੈ ਘਰ ਇਨ ਗੁਰਬਾਣੀ। ਤਾਂ ਇਹ ਜੋ ਘਰ ਇਨ ਗੁਰਬਾਣੀ ਨਾਮ ਦਾ ਚੈਨਲ ਹੈ, ਜਦੋਂ ਤੁਸੀਂ ਇਸ ਵਿਚਾਰ ਨੂੰ ਦੇਖ ਕੇ ਗੁਰਬਾਣੀ ਦਾ ਅਧਿਐਨ ਕਰਦੇ ਹੋ ਤੇ ਕੋਈ ਤੁਹਾਡੇ ਮਨ 'ਚ ਪ੍ਰਸ਼ਨ ਆਉਂਦਾ ਹੈ ਤੇ ਤੁਸੀਂ ਇਹਨਾਂ ਵੀਡੀਓਜ਼ ਦੇ ਕਮੈਂਟ ਵਿੱਚ ਉਹ ਆਪਣਾ ਪ੍ਰਸ਼ਨ ਖੜਾ ਕਰ ਸਕਦੇ ਹੋ। ਮੈਂ ਤੁਹਾਡੇ ਹਰ ਪ੍ਰਸ਼ਨ ਦਾ ਜਵਾਬ ਇਹਨਾਂ ਕਮੈਂਟਾਂ ਵਿੱਚ ਦਿੰਦਾ ਹਾਂ। ਇਉਂ ਅਸੀਂ ਗੁਰੂ ਸਾਹਿਬ ਦੇ ਇਸ ਮਹੱਤਵਪੂਰਨ ਨਿਰਦੇਸ਼ ਦਾ ਵਿਚਾਰ ਵਟਾਂਦਰਾ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।